ਸਵਾਗਤ ਹੈ ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਮੈਂ ਹਾਂ ਜਸਲੀਨ ਕਾਲਰਾ। ਸਾਡੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲ ਕਰਾਂਗੇ ਦ ਰਾਇਲ ਐਗਰੀਕਲਚਰਲ ਵਿੰਟਰ ਫੇਅਰ 2018 ਦੀ। ਇਸ ਸਾਲ ਦ ਰਾਇਲ ਫੇਅਰ ਦੇ ਵਿੱਚ ਕੀ ਕੁਝ ਰਿਹਾ ਖਾਸ, ਇਸੇ ਤੇ ਪਾਵਾਂਗੇ ਨਜ਼ਰ। ਆਓ ਸ਼ੁਰੂ ਕਰਦੇ ਹਾਂ ਇਹ ਖਾਸ ਪੇਸ਼ਕਸ਼। ਦ ਰਾਇਲ ਐਗਰੀਕਲਚਰਲ ਵਿੰਟਰ ਫੇਅਰ ਦੀ ਸ਼ੁਰੂਆਤ 1922 ਦੇ ਵਿੱਚ ਹੋਈ ਸੀ ਅਤੇ ਪਿਛਲੇ 96 ਸਾਲਾਂ ਤੋਂ ਇਹ ਫੇਅਰ ਹਰ ਸਾਲ ਨਵੰਬਰ ਦੇ ਮਹੀਨੇ ਦੇ ਵਿੱਚ ਆਰਗੇਨਾਈਜ਼ ਕੀਤਾ ਜਾਂਦਾ ਹੈ। ਦ ਰਾਇਲ ਐਗਰੀਕਲਚਰਲ ਵਿੰਟਰ ਫੇਅਰ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਕੰਬਾਈਨਡ ਇਨਡੋਰ ਐਗਰੀਕਲਚਰਲ ਫੇਅਰ ਅਤੇ ਇੰਟਰਨੈਸ਼ਨਲ ਇਕੁਇਸਟਰੀਅਨ ਕੰਪੀਟੀਸ਼ਨ ਹੈ, ਜਿੱਥੇ ਬਰੀਡਰਸ, ਗਰੋਅਰਸ ਅਤੇ ਐਗਜ਼ੀਬਿਟਰਸ ਨੂੰ ਚੈਂਪੀਅਨ ਡਿਕਲੇਅਰ ਕੀਤਾ ਜਾਂਦਾ ਹੈ। ਦ ਰਾਇਲ ਐਗਰੀਕਲਚਰਲ ਵਿੰਟਰ ਫੇਅਰ ਦੀ ਸ਼ੁਰੂਆਤ 1922 ਦੇ ਵਿੱਚ ਹੋਈ ਸੀ ਅਤੇ ਪਿਛਲੇ 96 ਸਾਲਾਂ ਤੋਂ ਇਹ ਹਰ ਸਾਲ ਨਵੰਬਰ ਵਿੱਚ ਆਰਗੇਨਾਈਜ਼ ਕੀਤਾ ਜਾਂਦਾ ਹੈ। ਦ ਰਾਇਲ ਐਗਰੀਕਲਚਰਲ ਫੇਅਰ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਕੰਬਾਈਨਡ ਇਨਡੋਰ ਐਗਰੀਕਲਚਰਲ ਫੇਅਰ ਹੈ ਅਤੇ ਇੰਟਰਨੈਸ਼ਨਲ ਇਕੁਇਸਟਰੀਅਨ ਕੰਪੀਟੀਸ਼ਨ ਹੈ, ਜਿੱਥੇ ਬਰੀਡਰਸ, ਗਰੋਅਰਸ ਅਤੇ ਐਗਜ਼ੀਬਿਟਰਸ ਨੂੰ ਚੈਂਪੀਅਨ ਡਿਕਲੇਅਰ ਕੀਤਾ ਜਾਂਦਾ ਹੈ। 10 ਦਿਨਾਂ ਲਈ ਲਗਾਏ ਜਾਂਦੇ ਇਸ ਫੇਅਰ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਲੋਕੀ ਸ਼ਿਰਕਤ ਕਰਦੇ ਨੇ। I own Dreammakers Alpacas. We're a small family farm in Northern Ontario in Timmins. We've been coming to the Royal Winter Fair for about 6 years. We meet all kinds of people here. It's a great opportunity for our business. We raise alpacas. We have 45 alpacas in Northern Ontario. We raise them for their fiber, so we shear them once a year, and then we make all kinds of products from alpaca. Alpaca is warmer than wool, it's hypoallergenic, and no itch, so warmest socks and mitts you'll ever wear. ਕਾਬਲੇ ਗੌਰ ਹੈ ਕਿ ਰਾਇਲ ਫੇਅਰ ਦੇ ਪਹਿਲੇ 40 ਸਾਲ ਪ੍ਰੋਵਿੰਸ਼ੀਅਲ ਗਵਰਨਮੈਂਟ ਅਤੇ ਰੇਲਵੇਜ਼ ਵੱਲੋਂ ਫੇਅਰ ਦੇ ਵਿੱਚ ਆਉਣ ਵਾਲੇ ਫਾਰਮਰਸ ਦੀ ਟਰੈਵਲ ਕਾਸਟ ਸਬਸਿਡਾਈਜ਼ ਕੀਤੀ ਗਈ ਸੀ। ਦ ਰਾਇਲ ਇਜ਼ ਦ ਫਾਈਨਲ ਫੇਅਰ। ਹਰ ਸਾਲ ਨਵੰਬਰ ਦੇ ਮਹੀਨੇ ਦੇ ਵਿੱਚ 10 ਦਿਨਾਂ ਲਈ ਲੱਗਣ ਵਾਲੇ ਦ ਰਾਇਲ ਐਗਰੀਕਲਚਰਲ ਵਿੰਟਰ ਫੇਅਰ ਦੇ ਵਿੱਚ ਲਗਭਗ 5000 ਐਨੀਮਲਸ ਹਿੱਸਾ ਲੈਂਦੇ ਨੇ ਅਤੇ ਲਗਭਗ 2000 ਮੁਕਾਬਲੇ ਖੇਡੇ ਜਾਣ ਤੋਂ ਬਾਅਦ ਹਰ ਬਰੀਡ ਵਿੱਚ ਇੱਕ ਰਾਇਲ ਚੈਂਪੀਅਨ ਡਿਕਲੇਅਰ ਕੀਤਾ ਜਾਂਦਾ ਹੈ। When an animal is a royal champion, it means that they are the best in the country. ਰਾਇਲ ਫੇਅਰ ਦੇ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇੱਕ ਐਨੀਮਲ ਦੀ ਵੈਲਿਊ ਦੇ ਵਿੱਚ 20 ਤੋਂ 50% ਦਾ ਵਾਧਾ ਹੋ ਸਕਦਾ ਹੈ। ਹਰ ਸਾਲ ਜਦੋਂ ਰਾਇਲ ਐਗਰੀਕਲਚਰਲ ਵਿੰਟਰ ਫੇਅਰ ਪਬਲਿਕ ਲਈ ਆਪਣੇ ਦਰਵਾਜ਼ੇ ਖੋਲ੍ਹਦਾ ਹੈ ਤੇ ਟੋਰਾਂਟੋ ਵਰਗੇ ਖੂਬਸੂਰਤ ਅਤੇ ਵੱਡੇ ਸ਼ਹਿਰ ਨੂੰ ਇੱਕ ਛੋਟੀ ਕੰਟਰੀ ਦਾ ਤਜਰਬਾ ਮਿਲਦਾ ਹੈ, ਜਿੱਥੇ ਦੁਨੀਆ ਭਰ ਵਿੱਚੋਂ ਐਗਜ਼ੀਬਿਟਰਸ ਸ਼ਿਰਕਤ ਕਰਦੇ ਹਨ। ਦ ਰਾਇਲ ਐਗਰੀਕਲਚਰਲ ਫੇਅਰ ਦੇ ਵਿੱਚ ਜੋ ਦਰਸ਼ਕਾਂ ਨੂੰ ਸਭ ਤੋਂ ਜ਼ਿਆਦਾ ਆਕਰਸ਼ਿਤ ਕਰਦਾ ਹੈ ਉਹ ਹੈ ਦ ਰਾਇਲ ਹਾਰਸ ਸ਼ੋ, ਜਿੱਥੇ ਦੁਨੀਆ ਭਰ ਦੇ ਚੈਂਪੀਅਨ ਹਾਰਸਸ ਪਾਰਟਿਸਿਪੇਟ ਕਰਦੇ ਹਨ। ਇਸ ਹਾਰਸ ਸ਼ੋ ਦੇ ਵਿੱਚ ਹੰਟਰਸ ਅਤੇ ਜੰਪਰਸ ਵੱਲੋਂ ਘੋੜਿਆਂ ਦੀ ਕਲਾ ਦਾ ਪ੍ਰਦਰਸ਼ਨ ਕਰਵਾਇਆ ਜਾਂਦਾ ਹੈ ਅਤੇ ਦਰਸ਼ਕ ਵੀ ਇਸ ਦਾ ਬਾਖੂਬੀ ਆਨੰਦ ਮਾਣਦੇ ਨੇ।
ਨਾਰਥ ਅਮਰੀਕਨ ਰਾਈਡਰਸ ਗਰੁੱਪ ਵੱਲੋਂ ਦ ਰਾਇਲ ਸ਼ੋਅ ਨੂੰ 2015 ਦੇ ਵਿੱਚ ਨਾਰਥ ਅਮਰੀਕਾ ਵਿੱਚ ਅਵਲ ਦਰਜੇ ਦਾ ਇਨਡੋਰ ਸ਼ੋਅ ਘੋਸ਼ਿਤ ਕੀਤਾ ਗਿਆ ਸੀ। ਇਸ ਫੇਅਰ ਦੇ ਵਿੱਚ ਇੱਕ ਹੰਟਰ ਵਾਲ ਆਫ ਫੇਮ ਵੀ ਬਣਾਈ ਜਾਂਦੀ ਹੈ, ਜਿੱਥੇ 1998 ਤੋਂ ਲੈ ਕੇ ਹੁਣ ਤੱਕ ਦੇ ਰਾਇਲ ਚੈਂਪੀਅਨ ਰਹਿ ਚੁੱਕੇ ਘੋੜਿਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਹੰਟਰ ਵਾਲ ਆਫ ਫੇਮ ਦੇ ਉੱਤੇ ਹਰ ਇੱਕ ਘੋੜੇ ਦੇ ਮਾਲਿਕ ਵੱਲੋਂ ਉਹਨਾਂ ਦੇ ਨੇਚਰ ਅਤੇ ਕਰੈਕਟਰਿਸਟਿਕ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਦ ਰਾਇਲ ਐਗਰੀਕਲਚਰਲ ਫੇਅਰ ਹਰ ਸਾਲ ਵਿਜ਼ਿਟਰਸ ਨੂੰ ਬੇहद ਆਕਰਸ਼ਿਤ ਕਰਦਾ ਹੈ, ਜਿਸ ਵਿੱਚ ਇੰਟਰਨੈਸ਼ਨਲ ਜੰਪਰਸ ਅਤੇ ਹੰਟਰਸ ਵੀ ਸ਼ਾਮਿਲ ਹੁੰਦੇ ਹਨ। ਦ ਹਾਰਸ ਸ਼ੋਅ ਦੇ ਪਹਿਲੇ 4 ਦਿਨ ਕੈਨੇਡੀਅਨ ਕੰਪੀਟੀਟਰਸ ਨੂੰ ਡਿਵੋਟ ਕੀਤੇ ਜਾਂਦੇ ਹਨ, ਜਿਸ ਵਿੱਚ ਦੇਸ਼ ਦਾ ਨੈਸ਼ਨਲ ਜੰਪਰ ਚੈਂਪੀਅਨ ਵੀ ਸ਼ਾਮਿਲ ਹੁੰਦਾ ਹੈ। ਤੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਹਾਰਸ ਰਿੰਗ ਦੇ ਵਿੱਚ, ਜਿੱਥੇ ਘੋੜਿਆਂ ਨੂੰ ਵਾਰਮ ਅਪ ਕਰਵਾਇਆ ਜਾਂਦਾ ਹੈ ਅਤੇ ਦ ਰਾਇਲ ਹਾਰਸ ਸ਼ੋਅ ਲਈ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਸਾਲ 96th ਐਨੂਅਲ ਰਾਇਲ ਐਗਰੀਕਲਚਰਲ ਫੇਅਰ ਦੇ ਵਿੱਚ ਲਗਭਗ 1000 ਘੋੜਿਆਂ ਨੇ ਹਿੱਸਾ ਲਿਆ। ਇਸ ਫੇਅਰ ਦੇ ਵਿੱਚ ਘੋੜਿਆਂ ਦੀ ਖੁਰਾਕ ਤੋਂ ਲੈ ਕੇ ਉਹਨਾਂ ਦੇ ਪਹਿਨਾਵੇ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ। ਹੈਡਲਾਈਨ ਕੈਨੇਡਾ ਵਿੱਚ ਫਿਲਹਾਲ ਸਮਾਂ ਹੋ ਗਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਦ ਰਾਇਲ ਐਗਰੀਕਲਚਰਲ ਵਿੰਟਰ ਫੇਅਰ 2018 ਤੇ ਸਾਡੀ ਖਾਸ ਪੇਸ਼ਕਸ਼ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ब्रेक तो बाद ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਗੱਲ ਚੱਲ ਰਹੀ ਹੈ ਦ ਰਾਇਲ ਐਗਰੀਕਲਚਰਲ ਵਿੰਟਰ ਫੇਅਰ 2018 ਦੀ। ਇਸ ਫੇਅਰ ਦੇ ਵਿੱਚ ਹਾਰਟੀਕਲਚਰ ਦਾ ਸੈਕਸ਼ਨ ਵੀ ਲੋਕਾਂ ਨੂੰ ਕਾਫੀ ਅਟਰੈਕਟ ਕਰਦਾ ਨਜ਼ਰ ਆਇਆ। ਦ ਵੈਜੀਟੇਬਲ ਸ਼ੋਅ ਦੇ ਸਟਾਲ ਦੇ ਵਿੱਚ ਲੱਗੇ ਜਾਇੰਟ ਪੰਪਕਿਨ ਚੈਲੰਜ ਨੂੰ ਵੇਖ ਕੇ ਲੋਕੀ ਕਾਫੀ ਹੈਰਾਨ ਹੋ ਰਹੇ ਸਨ। ਆਮ ਤੌਰ ਤੇ ਘਰਾਂ ਦੇ ਵਿੱਚ ਤੁਸੀਂ 2 ਜਾਂ 3 ਕਿਲੋ ਦਾ ਕੱਦੂ ਵੇਖਿਆ ਹੋਏਗਾ, ਪਰ ਇਸ ਚੈਲੰਜ ਅਧੀਨ ਫੇਅਰ ਦੇ ਵਿੱਚ ਜਿਹੜਾ ਸਭ ਤੋਂ ਛੋਟਾ ਪੰਪਕਿਨ ਸੀ ਉਸ ਦਾ weight 235 ਪਾਉਂਡ ਅਤੇ ਸਭ ਤੋਂ ਵੱਡੇ ਪੰਪਕਿਨ ਦਾ weight 550 ਪਾਉਂਡ ਸੀ। I came
family, and it's really fun. I like all the cows and horses and pigs. We're enjoying it here. There's a lot of good food. There's like shows. ਜੇ ਗੱਲ ਕਰੀਏ ਫੀਚਰ ਅਟਰੈਕਸ਼ਨਸ ਦੇ ਵਿੱਚ ਐਨੀਮਲ ਥੀਏਟਰ ਦੀ ਤੇ ਇਸ ਸਾਲ 5000 ਜਾਨਵਰਾਂ ਵੱਲੋਂ ਚੈਂਪੀਅਨਸ਼ਿਪ ਲਈ ਪਾਰਟਿਸਿਪੇਟ ਕੀਤਾ ਗਿਆ। ਐਨੀਮਲਸ ਦੀ ਵੱਖ-ਵੱਖ ਬਰੀਡਸ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। The Royal Agricultural Winter Fair 2018 ਦੇ ਐਨੀਮਲ ਰੋਸਟਰ ਦੇ ਵਿੱਚ goats, sheep, fancy birds, bunnies ਅਤੇ cows ਵੀ ਸ਼ਾਮਿਲ ਸਨ। ਇਸ ਦੌਰਾਨ ਖਾਸ ਕਰਕੇ ਬੱਚਿਆਂ ਨੂੰ ਐਨੀਮਲਸ ਦੀ ਵੱਖ-ਵੱਖ ਬਰੀਡਸ ਦੇ ਨਾਲ ਵੱਧ ਤੋਂ ਵੱਧ ਫੈਮੀਲੀਅਰ ਹੋਣ ਦਾ ਮੌਕਾ ਦਿੱਤਾ ਗਿਆ। We do sheep shearing demonstrations here 2 times a day. And what we try and do is to teach the people about wool, about the sheep industry, a little bit of really cool facts about lambs. For example, the first time a sheep is shorn, that wool is called virgin wool. And virgin wool comes off the sheep once, and that's the first time. It's very soft and fine. Different breeds of sheep have different types of wool. Some will have long, coarse wool, and some will, and they're raised primarily for the wool. Other breeds are raised primarily for the meat, and they still have wool, but they have a different type of a wool, more of a finer, softer wool. When you're shearing the sheep, often the farmer is going to get us to do a couple of other jobs at the same time, whether it be foot trimming them or deworming them. And that's really an important thing because they all have to be looked after once a year. And so by doing the shearing, the feet, and the deworming all at the same time, it helps so that you don't have to take time to catch them 3 times and do everything. ਇਸ ਸਾਲ ਦਾ ਰਾਇਲ ਵੱਲੋਂ 8 ਡਿਫਰੈਂਟ ਅਤੇ ਯੂਨੀਕ ਬਰੀਡਸ ਸਣੇ ਕੁੱਲ 400 ਸ਼ੀਪਸ ਦਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਰਾਇਲ ਫੇਅਰ ਦੇ ਵਿੱਚ 250 ਬੱਕਰੀਆਂ ਨੇ ਲਗਭਗ 15 ਵੱਖ-ਵੱਖ ਡਿਵੀਜ਼ਨਸ ਦੇ ਵਿੱਚ ਕੰਪੀਟ ਕੀਤਾ। ਰੈਬਿਟਸ ਅਤੇ ਬਨੀਜ਼ ਦੀ 100 ਤੋਂ ਵੱਧ ਵੱਖ-ਵੱਖ ਬਰੀਡਸ ਰੱਖੀਆਂ ਗਈਆਂ ਸਨ। ਇਸ ਦੌਰਾਨ ਲੋਕਾਂ ਦੇ ਐਂਟਰਟੇਨਮੈਂਟ ਲਈ ਡੌਗ ਸ਼ੋਜ਼ ਵੀ ਰੱਖੇ ਗਏ, ਜਿਸ ਵਿੱਚ ਡੌਗਸ ਦੀ ਵੱਖ-ਵੱਖ ਬਰੀਡਸ ਵੱਲੋਂ ਆਪਣੀਆਂ ਟ੍ਰਿਕਸ ਦਿਖਾਈਆਂ ਗਈਆਂ। The Royal Agricultural Winter Fair ਦੇ ਵਿੱਚ ਬੱਚਿਆਂ ਦੀ ਨੌਲੇਜ ਲਈ Ontario ਡੇਅਰੀ ਇੰਡਸਟਰੀ ਬਾਰੇ ਵੀ ਜਾਣਕਾਰੀ ਦਿੱਤੀ ਗਈ। Now I'm going to tell you a little bit about the cattle here. We've got 6 breeds of cows. These are the dairy cows. They're milked 3 times a day for the demonstrations. And the first one on the far side is the Holstein, and that's the most the largest number of dairy cattle that they have in Canada is the Holstein, and you recognize them because they're black and white. The cattle beast next to her is a brown Swiss. They are originated in Switzerland, and they come over here. They are more of a dual-purpose animal, where they can also be used for meat as well as the dairy. The next one is a shorthorn, and shorthorns are kind of interesting. There are 2 types of shorthorns. There's the shorthorn dairy cattle, which this one here is, and there's also the shorthorn beef cattle, and they're more thicker, meatier. The dairy cattle are raised primarily for their milk, so they want to have a lot more milk. Then if you move on, we've got the Guernsey. Guernsey cattle are their milk is very rich with cream and so on like that, and the cream or the yellow milk is one of the signs that it's definitely Guernsey milk. The next one across, the white and red one here, that's an Ayrshire, and they are a very popular breed here in Canada too. And the last one that we have is our Jersey. And the Jerseys are also, their butter fat in their milk is really, really high, and it's very concentrated. So if you are trying to raise the butter fat in your herd of Holstein cattle, when you're selling the milk, oftentimes they will have a couple of Jersey cattle in just to raise that butter fat content. ਇਸ ਮੌਕੇ ਲੋਕਾਂ ਨੂੰ ਲਾਈਵ ਮਿਲਕ ਡੈਮੋਨਸਟ੍ਰੇਸ਼ਨ ਵੀ ਦਿਖਾਇਆ ਗਿਆ। ਇਸ ਫੇਅਰ ਦੇ ਵਿੱਚ ਡੇਅਰੀ ਕਾਊਜ਼ ਦੀ ਬਰੀਡਸ ਬਾਰੇ ਵੀ ਦੱਸਿਆ ਗਿਆ ਅਤੇ ਬੱਚਿਆਂ ਲਈ ਇੱਕ ਕੁਇਜ਼ ਵੀ ਰੱਖੀ ਗਈ ਸੀ।
are here at the Royal Agricultural Winter Fair. We are here every year. We provide education about horses and safety on the farm. So come and visit us here at the Royal every year. I've been making maple syrup in Northern Ontario for 10 plus years. We make several products. The first one, the main one, is maple syrup, and we've also discovered maple sap vinegar, which is now selling at the Royal Winter Fair, and this is where we showcased it. And we make the maple butter, the maple candies, and all the other products as well. It's been a good show. We're with the Royal Winter Fair, thanks to FedNor. ਤੇ ਹੁਣ ਗੱਲ ਕਰਦੇ ਹਾਂ ਦ ਰਾਇਲ ਵਿੰਟਰ ਫੇਅਰ ਦੇ ਲਾਈਫਸਟਾਈਲ ਐਂਡ ਫੂਡ ਸੈਕਸ਼ਨ ਦੀ, ਜਿੱਥੇ ਵੱਖ-ਵੱਖ ਕੰਪਨੀਆਂ ਨੇ ਆਪਣੇ ਸਟਾਲਸ ਲਗਾਏ। ਇੱਥੇ ਲੋਕਾਂ ਵੱਲੋਂ ਹਰ ਇੱਕ ਵੱਖਰੇ ਦੇਸ਼ ਦੇ ਪਹਿਰਾਵੇ ਅਤੇ ਵਸਤਾਂ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਫੂਡ ਕੋਰਟ ਦੇ ਵਿੱਚ ਹਰ ਕਿਸਮ ਦਾ ਖਾਣਾ ਲੋਕਾਂ ਨੂੰ ਮੁਹੱਈਆ ਕਰਵਾਇਆ ਗਿਆ। Coming to this fair before doing this with cattle, because we also have a dairy farm, and I've kind of started doing this artwork at home. So, and the Royal Fair has been a very, very great experience for me, and I wish you guys to come and see what I do. a 100% virgin wool friendship bracelet hot off the sheep at the Royal Winter Fair. ਸੋ ਇਹ ਸੀ 96 ਰਾਇਲ ਐਗਰੀਕਲਚਰਲ ਵਿੰਟਰ ਫੇਅਰ ਤੇ ਸਾਡੀ ਖਾਸ ਪੇਸ਼ਕਸ਼। ਰਾਇਲ ਵਿੰਟਰ ਫੇਅਰ ਨਾਰਥ ਅਮਰੀਕਾ ਦਾ ਨੰਬਰ 1 ਇਨਡੋਰ ਇਕੁਐਸਟਰੀਅਨ ਫੇਅਰ ਹੈ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਪਸੰਦ ਆਈ ਹੋਵੇਗੀ। ਜੇ ਤੁਸੀਂ ਵੀ ਇਸ ਸੰਬੰਧੀ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਲਿਖ ਕੇ ਭੇਜੋ feedback@ptcnetwork.tv ਤੇ।
ਅਗਲੇ ਹਫਤੇ ਅਸੀਂ ਮੁੜ ਤੋਂ ਲੈ ਕੇ ਆਵਾਂਗੇ ਕੁਝ ਨਵੇਂ ਮਹਿਮਾਨ ਅਤੇ ਕੁਝ ਨਵੇਂ ਮੁੱਦੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।